ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਗੂੰਜਾਂ ਸਿੱਖ ਫਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਸੀਗੀਆਂ ਜਿਹੜੀਆਂ ਹੁਣ ਪੋਸਟਪੋਨ ਹੋ ਗਈਆਂ ਨੇ। ਅਗਲੀ ਨਵੀਂ ਤਰੀਕ ਕਿਹੜੀ ਸਾਹਮਣੇ ਆਈ ਹੈ ਇਹ ਵੀ ਤੁਹਾਨੂੰ ਦੱਸਾਂਗੇ। ਸ਼ੁਰੂਆਤ ਕਰਦੇ ਹਾਂ ਖਾਸ ਪੇਸ਼ਕਸ਼ ਦੀ, ਜਿਸ ਦਾ ਨਾਮ ਹੈ ਗੂੰਜਾਂ ਸਿੱਖ ਫਰਸੇ ਦੀਆਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਮੁਲਤਵੀ ਹੋ ਚੁੱਕੀਆਂ ਨੇ ਤੇ ਹਲੇ ਤੱਕ ਨਵੀਂ ਤਰੀਕ ਦਾ ਐਲਾਨ ਨਹੀਂ ਹੋਇਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਹੋਰ ਕੀ ਕੁਝ ਕਿਹਾ ਉਹਨਾਂ ਨੇ, ਆਓ ਸੁਣਦੇ ਹਾਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਜੋ ਕਿ 25 ਅਪ੍ਰੈਲ ਨੂੰ ਹੋਣੀਆਂ ਸਨ, ਜੋ ਜਾਣਕਾਰੀ ਮਿਲ ਰਹੀ ਹੈ ਉਹਨਾਂ ਨੂੰ ਟਾਲ ਦਿੱਤਾ ਗਿਆ ਹੈ। ਕਾਰਨ ਕੋਰੋਨਾ ਦਾ ਕਿ ਦਿੱਲੀ ਦੇ ਵਿੱਚ ਰੋਜ਼ ਔਨ ਐਨ ਐਵਰੇਜ 25,000 ਦੇ ਕਰੀਬ ਕੇਸ ਆ ਰਹੇ ਨੇ, 250 ਦੇ ਕਰੀਬ ਮੌਤਾਂ ਹੋ ਰਹੀਆਂ ਨੇ ਤੇ ਦੇਸ਼ ਦੇ ਵਿੱਚ ਹਾਲਾਤ ਕੀ ਨੇ ਸਭ ਦੇ ਸਾਹਮਣੇ ਨੇ। ਮੇਰੇ ਨਾਲ ਇਸ ਵੇਲੇ ਹਰਮੀਤ ਸਿੰਘ ਕਾਲਕਾ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਇਕਾਈ ਦੇ ਪ੍ਰਧਾਨ ਨੇ। ਪਾਰਟੀ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਸੀ। ਕਾਲਕਾ ਸਾਹਿਬ, ਜ਼ਾਹਿਰ ਤੌਰ ਤੇ ਇੱਕ ਝਟਕਾ ਵੀ ਕਿਹਾ ਜਾ ਸਕਦਾ, ਦੁੱਖ ਵੀ ਹੋਏਗਾ ਕਿਉਂਕਿ ਜਿੰਨੀ ਮਿਹਨਤ ਤੁਸੀਂ ਲੋਕ ਕਰ ਰਹੇ ਸੀ ਉਹਦੇ ਵਿੱਚ ਅਚਾਨਕ ਚੁਣਾਵ ਦਾ ਕੈਂਸਲ ਹੋ ਜਾਣਾ ਸਮੱਸਿਆ ਆਈ ਹੈ। ਦੇਖੋ, ਮੈਂ ਸਮਝਦਾ ਇਹਨੂੰ ਝਟਕਾ ਨਹੀਂ ਕਹਿ ਸਕਦੇ। ਇਹ ਇੱਕ ਨੈਚੁਰਲ ਕਲੈਮਿਟੀਜ਼ ਹੁੰਦੀਆਂ ਨੇ ਜਿਹਦੇ ਕਰਕੇ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਦੇਸ਼ ਦੇ ਵਿੱਚ। ਔਰ ਜੋ ਦਿੱਲੀ ਦੇ ਵਿੱਚ ਹਾਲਾਤ ਬਣੇ ਨੇ, ਬਹੁਤ ਵਧੀਆ ਡਿਸੀਜਨ ਲਿਆ LG ਸਾਹਿਬ ਨੇ, ਕਿਉਂਕਿ ਇਸ ਮੌਕੇ ਦੇ ਵਿੱਚ ਨਾ ਆਪਾਂ ਕਿਸੇ ਨੂੰ ਅਪੀਲ ਕਰ ਸਕਦੇ ਹਾਂ ਵੋਟ ਲੈਣ ਦੀ। ਆਫਟਰ ਆਲ ਇਨਸਾਨੀਅਤ ਦੇ ਤੌਰ ਦੇ ਉੱਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਭ ਤੋਂ ਪਹਿਲਾਂ ਆਪਾਂ ਜਿੱਥੇ ਸਾਰਾ ਸਮਾਂ ਆਪਣਾ ਮਾਨਵਤਾ ਦੀ ਸੇਵਾ ਕਰਦੇ ਹਾਂ, ਔਰ ਜਿਸ ਵਕਤ ਮਾਨਵਤਾ ਦੀ ਸਭ ਤੋਂ ਵੱਡੀ ਲੋੜ ਪਵੇ, ਪੀੜਾ ਪਵੇ, ਤੇ ਅਸੀਂ ਆਪਣੀ ਇਲੈਕਸ਼ਨਸ ਦੀ ਅਪੀਲ ਕरें, ਮੈਂ ਸਮਝਦਾ ਠੀਕ ਵੀ ਨਹੀਂ ਸੀ। ਸਰਕਾਰ ਨੇ ਦੀ ਇੱਕ ਬਸ ਗਲਤੀ ਇਹ ਰਹੀ ਹੈ ਕਿ ਸਰਕਾਰ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਕਰੋਨਾ ਦਾ ਸਮਾਂ ਚੱਲ ਰਿਹਾ ਔਰ ਇਹ ਧੀਰੇ ਧੀਰੇ ਸਾਡੇ ਕੇਸਿਸ ਵਧ ਰਹੇ ਨੇ। ਇਹਨਾਂ ਨੇ ਸਾਡੇ ਵਿਰੋਧੀਆਂ ਦੇ ਗੱਲਾਂ 'ਚ ਆ ਕੇ ਉਹਨਾਂ ਦੇ ਸਟੈਂਡ ਲਿਆ ਔਰ ਇਲੈਕਸ਼ਨ ਕਰਾਈ। ਇਹਨਾਂ ਨੂੰ ਪਹਿਲੇ ਨਹੀਂ ਕਰਾਉਣੀ ਚਾਹੀਦੀ ਸੀ। ਮਹੀਨਾ 2 ਮਹੀਨੇ ਕੋਈ ਵੱਡੀ ਗੱਲ ਨਹੀਂ ਹੈਗੀ। ਗੁਰਦੁਆਰੇ ਦੇ ਪ੍ਰਬੰਧ ਨੇ, ਕੋਈ ਸਰਕਾਰਾਂ ਨਹੀਂ ਨੇ। ਹੁਣ ਵੀ ਤੇ ਇਹ ਜਦ ਤੱਕ ਕਰੋਨਾ ਨਹੀਂ ਹੋਏਗਾ ਇਹ ਇਲੈਕਸ਼ਨ ਨਹੀਂ ਕਰਾ ਸਕਦੇ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹਦੇ ਵਿੱਚ ਕਿਧਰੇ ਨੁਕਸਾਨ ਵਾਲੀ ਗੱਲ ਕਿਧਰੇ ਕਿਸੇ ਨੂੰ ਨਹੀਂ ਹੈ। ਸਾਡੀ ਆਪਣੀ ਆਪਣੀ ਮੋਰਲ ਰਿਸਪੌਂਸਿਬਿਲਿਟੀਜ਼ ਨੇ, ਮੋਰਲ ਜ਼ਿੰਮੇਵਾਰੀਆਂ ਇਸ ਕਰਕੇ ਬਣਦੀਆਂ ਨੇ ਕਿ ਅਸੀਂ ਲੋਕਾਂ ਦੇ ਵਿੱਚ ਰਹਿਣਾ, ਲੋਕਾਂ ਦੀ ਸੇਵਾ ਕਰਨੀ ਹੈ। ਔਰ ਇਸ ਸਮੇਂ ਦੇ ਵਿੱਚ ਚੋਣਾਂ ਟਲਦੀਆਂ, ਮੈਂ ਸਮਝਦਾ ਕਿ ਬਹੁਤ ਵਧੀਆ ਗੱਲ ਹੋਈ। ਤੁਹਾਨੂੰ ਲੱਗਦਾ ਹੈ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਜਦੋਂ ਮੁੱਖ ਮੰਤਰੀ ਸਾਹਿਬ ਨੇ ਇਹ ਪ੍ਰਸਤਾਵ ਭੇਜਿਆ LG ਸਾਹਿਬ ਕੋਲ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਸਰਕਾਰ ਨੇ ਸਿਆਸਤ ਕੀਤੀ ਹੈ, ਇਹਦੇ ਉੱਤੇ ਰਾਜਨੀਤੀ ਹੋਈ ਹੈ? ਦੇਖੋ, ਸਰਕਾਰ ਨੇ ਤੇ ਸਿਆਸਤ ਉਸ ਸਮੇਂ ਤੋਂ ਸ਼ੁਰੂ ਕਰਤੀ ਜਿਸ ਵਕਤ ਚੋਣਾਂ ਐਲਾਨ ਕਰਵਾਈਆਂ। ਸਰਕਾਰ ਨੇ ਦੇ ਜਿਹੜੇ ਮਿਨਿਸਟਰ ਨੇ ਗੌਤਮ ਜੀ, ਉਹਨਾਂ ਨੇ ਸਾਡੇ ਚੋਣ ਨਿਸ਼ਾਨ ਦੇ ਉੱਤੇ ਹਮਲਾ ਕਰਨ ਦੀ ਗੱਲ ਕੀਤੀ। ਉਹਨਾਂ ਨੇ ਤੇ ਹਰ ਉਹ ਸਟੈਪ ਨੂੰ ਚੁੱਕਿਆ ਜਿਹੜੇ ਸਾਡਾ ਵਿਰੋਧੀਆਂ ਨੇ ਉਹਨਾਂ ਨੂੰ ਗਾਈਡ ਕਰਦੇ ਚਲੇ ਗਏ, ਕਿਉਂਕਿ ਗੁਰਦੁਆਰਾ ਇਲੈਕਸ਼ਨਸ ਵਿੱਚ ਉਹਨਾਂ ਦੇ ਬਾਰੇ ਉਹਨਾਂ ਨੂੰ ਇੰਨੀ ਨੌਲੇਜ ਨਹੀਂ ਹੈ। ਬਟ ਜਿਹੜੇ ਸਾਡੇ ਵਿਰੋਧੀ ਨੇ, ਮੈਂ ਚਾਹੇ ਉਹ ਸਰਦਾਰ ਮਨਜੀਤ ਸਿੰਘ ਜੀ ਕੇ ਹੋਏ, ਚਾਹੇ ਸਰਦਾਰ ਪਰਮਜੀਤ ਸਿੰਘ ਸਰਨਾ ਹੋਏ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਗਾਈਡ ਕੀਤਾ, ਉਸ ਤਰੀਕੇ ਦੇ ਨਾਲ ਸਿਸਟਮ ਖਰਾਬ ਕਰਦੇ ਚਲੇ ਗਏ। ਬਟ ਕੇਜਰੀਵਾਲ ਸਾਹਿਬ ਦੀ ਮੋਰਲ ਰਿਸਪੌਂਸਿਬਿਲਿਟੀ ਸੀ ਕਿ ਕਰੋਨਾ ਦੇ ਕੇਸਿਸ ਡੇ ਬਾਏ ਡੇ ਵੱਧ ਰਹੇ ਸੀ। ਇਹ ਕਹਿ ਸਕਦੇ ਸੀ ਕਿ ਮੈਂ ਮਹੀਨਾ 2 ਮਹੀਨੇ ਦੇਖਣ ਤੋਂ ਬਾਅਦ ਇਲੈਕਸ਼ਨ ਕਰਾ ਸਕਦਾ। ਸੋ ਇਹਨਾਂ ਨੇ ਪੂਰੀ ਅੱਜ ਜੋ ਇਹਨਾਂ ਨੇ ਫੈਸਲਾ ਲਿਆ 4 ਦਿਨ ਪਹਿਲੇ, ਇਹਨਾਂ ਨੂੰ 14 ਦਿਨ ਪਹਿਲੇ ਲੈ ਲੈਣਾ ਚਾਹੀਦਾ ਸੀ। ਜਿੱਥੇ ਸਰਕਾਰੀ ਮਸ਼ੀਨਰੀ ਦਾ ਨੁਕਸਾਨ ਹੋਇਆ, ਆਫਟਰ ਆਲ ਲੋਕਾਂ ਦੀ ਫਾਈਨੈਂਸ਼ੀਅਲਸ ਲੱਗਦੇ ਨੇ ਇਹਦੇ ਵਿੱਚ, ਉਹਦਾ ਨੁਕਸਾਨ ਹੋਇਆ। ਲੋਕਾਂ ਦੇ ਕੋਲੋਂ ਕੰਮ ਧੰਦੇ ਨਹੀਂ ਹੈਗੇ ਅੱਜ ਦੀ ਡੇਟ ਵਿੱਚ, ਉਹਦੇ ਵੱਲ ਸਰਕਾਰ ਦਾ ਧਿਆਨ ਨਹੀਂ ਹੈ। ਮਗਰ ਜਿੱਥੇ ਫਜ਼ੂਲ ਖਰਚੇ ਕਰਵਾਉਣ ਦੀ ਗੱਲ ਹੈ, ਉੱਥੇ ਸਰਕਾਰ ਨੇ ਕਰਾਉਣ ਤੋਂ ਬਾਅਦ ਅੱਜ ਇਲੈਕਸ਼ਨ ਪੋਸਟਪੋਨ ਕਰਾਉਣ ਦੀ ਜਿਹੜੀ ਪ੍ਰਪੋਜ਼ਲ 3 ਦਿਨ ਪਹਿਲੇ ਦਿੱਤੀ ਹੈ। ਸਰਕਾਰ ਨੇ ਤੇ ਸਿਆਸਤ ਕੀਤੀ ਹੈ, ਮਗਰ LG ਸਾਹਿਬ ਨੇ ਬਹੁਤ ਵਧੀਆ ਸਟੈਂਡ ਲਿਆ। ਅਸੀਂ ਉਹਨਾਂ ਦੀ ਗੱਲ ਦੇ ਉੱਤੇ ਬਿਲਕੁਲ ਉਹਨਾਂ ਨੂੰ ਸਰਾਹਨਾ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਇਸ ਮੌਕੇ ਦੇ ਉੱਤੇ, ਕਿਉਂਕਿ ਮੈਂ ਆਪਣੇ ਆਪ 'ਚ ਫੀਲ ਕਰ ਰਿਹਾ ਸੀ ਕਿ ਅਸੀਂ ਲੋਕਾਂ ਨੂੰ ਕਿਸ ਤਰ੍ਹਾਂ ਕਹੀਏ ਵੋਟ ਲੈਣ ਵਾਸਤੇ, ਜਿਸ ਵਕਤ ਸਾਡੇ ਫੋਨ ਬੰਦ ਨਹੀਂ ਹੋ ਰਹੇ। ਅੱਜ ਦਿੱਲੀ ਦੇ ਵਿੱਚ ਬੈੱਡ ਨਹੀਂ ਮਿਲ ਰਿਹਾ ਹਸਪੀਟਲ ਦੇ ਵਿੱਚ, ਅੱਜ ਲੋਕਾਂ ਕੋਲ ਸਿਲੰਡਰਸ ਨਹੀਂ ਮਿਲ ਰਹੇ, ਜਿਸ ਆਕਸੀਜਨ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰੱਖੀ ਹੈ। ਲੋਕਾਂ ਨੂੰ ਇੰਜੈਕਸ਼ਨਸ ਨਹੀਂ ਮਿਲ ਰਹੇ, ਲੋਕਾਂ ਨੂੰ ਕੋਈ ਐਸੀ ਮੈਡੀਕਲ ਫੈਸਿਲਿਟੀ ਨਹੀਂ ਮਿਲ ਰਹੀ ਜਿਹਨੂੰ ਉਸਦੀ ਲੋੜ ਪੈ ਰਹੀ ਹੈ। ਭਾਵੇਂ ਕਿਸੇ ਨੂੰ ਫੀਵਰ ਵੀ ਹੋ ਰਿਹਾ ਤੇ ਉਹ ਘਬਰਾ ਰਿਹਾ ਕਿ ਮੈਂ ਡਾਕਟਰ ਕੋਲ ਕਿਸ ਤਰੀਕੇ ਨਾਲ ਜਾਵਾਂ, ਉਹ ਡਾਕਟਰਸ ਵੀ ਉਹਨੂੰ ਅਟੈਂਡ ਨਹੀਂ ਕਰ ਪਾ ਰਹੇ। ਕਿਸੇ ਨੂੰ ਥੋੜ੍ਹੀ ਜਿਹੀ ਪੇਟ ਦੀ ਵੀ ਦਰਦ ਹੋ ਜਾਏ ਨਾ ਤੇ ਉਹ ਅਲਟਰਾਸਾਊਂਡ ਦੀ ਮਸ਼ੀਨਸ ਨਹੀਂ ਮਿਲ ਰਹੀਆਂ ਉਹਨਾਂ ਨੂੰ। ਸੋ ਇਹ ਪ੍ਰੋਬਲਮਸ ਸਾਡੇ ਜਿੱਥੇ ਇਲਾਕਿਆਂ 'ਚ ਆ ਰਹੀਆਂ, ਸਾਡੇ ਪਰਿਵਾਰਾਂ 'ਚ ਆ ਰਹੀਆਂ ਨੇ, ਸਾਰੀ ਦੁਨੀਆ ਦੇਖ ਰਹੀ ਹੈ ਜਿਸ ਚੀਜ਼ ਨੂੰ ਦੇ ਉੱਤੇ। ਉਸ ਵਕਤ ਅਸੀਂ ਵੋਟਾਂ ਦੀ ਡਿਮਾਂਡ ਕਰੀਏ, ਮੈਂ ਲੱਗਦਾ ਕਿ ਇਹ ਬਿਲਕੁਲ ਇਨਸਾਨੀਅਤ ਤੋਂ ਪਰੇ ਸੀ। ਸੋ ਸਾਨੂੰ ਤਾਂ ਬੜੀ ਰਾਹਤ ਮਿਲੀ ਹੈ ਕਿ ਇਹ ਇਲੈਕਸ਼ਨ ਇਸ ਵਕਤ ਨਹੀਂ ਹੋ ਰਹੀ। ਤੁਹਾਡੀ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਗੱਲ ਜਾਂ ਡਾਇਰੈਕਟਰ ਇਲੈਕਸ਼ਨ ਕਮਿਸ਼ਨ ਜਿਹੜੇ ਨੇ ਨਰਿੰਦਰ ਸਿੰਘ, ਉਹਨਾਂ ਨਾਲ ਕੋਈ ਗੱਲਬਾਤ ਹੋਈ ਇਸ ਤੇ? ਮਤਲਬ ਦੇਖੋ, ਮੇਰੀ ਗੱਲ ਨਹੀਂ ਹੋਈ। ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਸੀ ਕਿ ਬਈ ਕੀ ਸਾਨੂੰ ਡਾਇਰੈਕਸ਼ਨਸ ਹੈਗੀਆਂ ਨੇ, ਕਿਉਂਕਿ ਕੱਲ੍ਹ ਤੱਕ ਸ਼ਾਮ ਤੱਕ ਜਿਹੜੇ ROs ਵਗੈਰਾ ਸਾਰੇ ਮੈਂਬਰਸ ਨੂੰ ਫੋਨ ਕਰ ਰਹੇ ਸੀ ਕਿ ਤੁਸੀਂ ਆਪਣੇ ਆਈ ਕਾਰਡਸ ਵਗੈਰਾ ਬਣਾਓ, ਔਰ ਅੱਜ ਸਵੇਰ ਤੋਂ ਉਹਨਾਂ ਨੇ ਫੋਨ ਉਠਾਉਣੇ ਬੰਦ ਕਰਤੇ ਸੀ। ਸੋ ਇਸ ਕਰਕੇ ਉਹਨਾਂ ਨੇ ਫੋਨ ਕੀਤਾ ਔਰ ਡਾਇਰੈਕਟਰ ਸਾਹਿਬ ਨੇ ਕਿਹਾ ਜੀ ਕਿ ਸਾਨੂੰ LG ਸਾਹਿਬ ਦੇ ਉੱਤੋਂ ਇੰਸਟਰਕਸ਼ਨਸ ਆ ਗਈਆਂ ਨੇ, ਫਾਈਲ ਸਾਡੇ ਕੋਲ ਹੁਣੇ ਪਹੁੰਚਣ ਵਾਲੀ ਹੈ ਔਰ ਉਹ ਤੁਹਾਡੀਆਂ ਇਲੈਕਸ਼ਨਸ ਅਸੀਂ ਪੋਸਟਪੋਨ ਕਰਤੀਆਂ। ਹੁਣ ਕਦ ਤੱਕ ਕੀਤੀਆਂ ਨੇ
ਕੀ ਉਹਨਾਂ ਨੇ ਉਹਦੇ 'ਚ ਆਰਡਰ ਕੱਢਿਆ ਇਹ ਹਲੇ ਜਨਤਕ ਨਹੀਂ ਹੋਇਆ। ਔਰ ਸਾਡੇ ਜਿਹੜੀ ਗੱਲ ਕਹੀ ਜਾ ਰਹੀ ਕਿ 9 ਮਈ ਨੂੰ, ਕਿਉਂਕਿ ਤੁਹਾਡੇ 2 ਹਫ਼ਤੇ ਦਾ ਸਮਾਂ ਜਿਹੜਾ ਹਾਈ ਕੋਰਟ ਦਾ ਆਰਡਰ ਸੀ 29 ਨੂੰ ਟੈਨਰ ਪੂਰਾ ਹੋਏਗਾ ਤਾਂ 2 ਹਫ਼ਤੇ ਦੇ ਅੰਦਰ ਇਲੈਕਸ਼ਨ ਕਰਾਉਣਾ। ਇੱਕ ਗੱਲ ਆ ਰਹੀ ਕਿ 9 ਮਈ ਨੂੰ ਚੁਣਾਵ ਹੋ ਸਕਦੇ ਨੇ, ਤੁਸੀਂ ਲੋਕ ਤਿਆਰ ਹੋ 9 ਮਈ ਵਾਸਤੇ? ਦੇਖੋ ਅਸੀਂ ਤੇ 25 ਤਰੀਕ ਵਾਸਤੇ ਵੀ ਤਿਆਰ ਆ, ਅਸੀਂ 9 ਮਈ ਵਾਸਤੇ ਵੀ ਤਿਆਰ ਆ। ਅਗਰ ਪੋਲੀਟੀਕਲ ਸਿਸਟਮ ਦੇ ਵਿੱਚ ਜਾਈਏ, ਅਸੀਂ ਆਪਣੀ ਪਾਰਟੀ ਵੱਲੋਂ ਦੇਖੀਏ, ਮਗਰ ਇਨਸਾਨੀਅਤ ਦੇ ਤੌਰ ਦੇ ਉੱਤੇ ਨਾ ਸਾਨੂੰ ਅੱਜ ਕਰਾਉਣੀ ਚਾਹੀਦੀ ਨਾ ਸਾਨੂੰ 9 ਮਈ ਨੂੰ ਕਰਾਉਣੀ ਚਾਹੀਦੀ ਹੈ। ਕਿਆ 9 ਮਈ ਤੱਕ ਮਹਾਮਾਰੀ ਖਤਮ ਹੋ ਜਾਂਦੀ? ਜੇ ਅਰਵਿੰਦ ਕੇਜਰੀਵਾਲ ਜੀ ਲਿਖ ਕੇ ਦੇ ਦਿੰਦੇ ਨੇ ਕਿ 9 ਮਈ ਨੂੰ ਜੀ ਮੇਰੀ ਗਾਰੰਟੀ ਹੈ ਕਿ ਦਿੱਲੀ ਦੇ ਵਿੱਚ ਕੇਸਿਸ ਨਹੀਂ ਹੋਣਗੇ ਕਰੋਨਾ ਦੇ 9 ਮਈ ਤੋਂ ਬਾਅਦ ਜਾਂ 9 ਮਈ ਨੂੰ ਨਹੀਂ ਹੋਣਗੇ, ਤੇ ਜ਼ਰੂਰ ਇਲੈਕਸ਼ਨ ਕਰਾਉਣ। ਮਗਰ ਮੈਂ ਸਮਝਦਾ ਕਿ ਇਹ ਆਪਣੀ ਪੋਜੀਸ਼ਨ ਨੂੰ LG ਸਾਹਿਬ ਹਾਸੋਹੀਨ ਨਹੀਂ ਬਣਾਉਣਗੇ ਕਿ ਅੱਜ 25 ਨੂੰ ਇਲੈਕਸ਼ਨ ਬੰਦ ਹੋ ਜਾਏ, ਰੱਦ ਕਰਤੀ ਜਾਏ, 26 ਤਰੀਕ ਲੋਕਡਾਊਨ ਖੋਲ੍ਹਤਾ ਜਾਏ ਔਰ 9 ਤਰੀਕ ਨੂੰ ਫਿਰ ਇਲੈਕਸ਼ਨ ਕਰਾ ਦੀ ਜਾਣ। ਆਫਟਰ ਇੱਕ ਇਲੈਕਸ਼ਨ ਪ੍ਰੋਸੈਸ ਹੈ। ਸਾਡੀ ਜਿਹੜੀ ਸੰਸਥਾ ਹੈ ਇਹ ਪਾਰਲੀਮੈਂਟ ਐਕਟ ਦੇ ਵਿੱਚ ਪਾਸ ਹੋਈ ਹੈ, ਇਹਦੇ ਇਲੈਕਟੋਰਲ ਦਾ ਇੱਕ ਪ੍ਰੋਸੈਸ ਹੈਗਾ, ਉਹਦੇ ਵਿੱਚੋਂ ਨਿਕਲ ਕੇ ਜਾਣ। ਜੇ 9 ਤਰੀਕ ਨੂੰ ਕਰਾਉਣੀ ਹੈ ਸਮਝਦੇ ਨੇ ਤੇ ਅਸੀਂ ਵੀ ਇਸ ਵਾਰੀ ਇਹਨਾਂ ਕੋਲ ਐਫੀਡੇਵਿਟ ਲਾਂਗੇ ਕਿ ਕੇਜਰੀਵਾਲ ਸਾਹਿਬ ਲਿਖ ਕੇ ਦਿਓ ਕਿ ਦੇਸ਼ ਦੇ ਵਿੱਚ ਜਾਂ ਦਿੱਲੀ ਸ਼ਹਿਰ ਦੇ ਵਿੱਚ ਕੋਰੋਨਾ ਦਾ ਕੋਈ ਕੇਸ ਨਹੀਂ ਰਹੇਗਾ, ਤੁਸੀਂ ਇਲੈਕਸ਼ਨ ਕਰਾ ਲਓ। ਬਹੁਤ ਬਹੁਤ ਧੰਨਵਾਦ। ਇਹ ਸਨ ਸਾਡੇ ਨਾਲ ਹਰਮੀਤ ਸਿੰਘ ਕਾਲਕਾ, ਜੋ ਕਿ ਕਹਿ ਰਹੇ ਨੇ ਕਿ LG ਸਾਹਿਬ ਦਾ ਜਿਹੜਾ ਕਦਮ ਹੈ ਉਹਦਾ ਅਸੀਂ ਸਵਾਗਤ ਕਰਦੇ ਹਾਂ, ਲੇਕਿਨ ਸਰਕਾਰ ਨੂੰ ਇਹ ਵੀ ਧਿਆਨ ਰੱਖਣਾ ਹੋਏਗਾ ਕਿ ਜਿਹੜੀਆਂ ਅਗਲੀਆਂ ਤਰੀਕਾਂ ਨੇ ਕੋਵਿਡ ਦੇ ਕੇਸਿਸ ਨੂੰ ਧਿਆਨ 'ਚ ਰੱਖ ਕੇ ਫਿਰ ਐਲਾਨ ਕੀਤੀਆਂ ਜਾਣ। ਕੈਮਰਾਮੈਨ ਰਾਮ ਬਹਾਦਰ ਨਾਲ ਹਰਪ੍ਰੀਤ ਸਿੰਘ, PTC ਨਿਊਜ਼, ਦਿੱਲੀ। ਗੁੰਜਾ ਸਿੱਖ से दियां साड़ी खास पेशकश इसी तरह जारी रहेगी। फिलहाल रुकते हैं एक ब्रेक के लिए। ब्रेक तो बाद आप सारे दर्शकों का स्वागत है। दिल्ली सिख गुरुद्वारा मैनेजमेंट कमेटी वालों कोरोना महामारी ਨੂੰ ਵਾਧਾ ਹੋਇਆ ਦੇਖ ਲੰਗਰ ਦੀ ਸੇਵਾ ਮੁੜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਜਿਹੜੇ ਵਿਅਕਤੀ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਨੇ ਤੇ ਕੁਆਰੰਟਾਈਨ ਹੋ ਚੁੱਕੇ ਨੇ ਉਹਨਾਂ ਵਾਸਤੇ दिल्ली सिख गुरुद्वारा मैनेजमेंट कमेटी घर घर तक लंगर पहुंचा रही है। दिल्ली के अंदर कोई भूखा ना सोए, इसके लिए दिल्ली सिख गुरुद्वारा मैनेजमेंट कमेटी इस गुरुद्वारा बंगला साहब से निरंतर मानवता की सेवा में लगी है। क्योंकि अब लॉकडाउन हो चुका है, लोग जल्दी से पलायन करना शुरू हो गए। दिल्ली से कल कैसे आपने देखा किस तरह से बसों में लाइनें लगी, क्योंकि लोगों को खाने की चिंता है, भूख की चिंता है, और हमारी भी ये चिंता है कि कोई व्यक्ति भूखा ना सोए। जिसके लिए इस मानवता की सेवा में निरंतर ही बंगला साहब से सेवाएं जारी है। जो आप ये देख रहे हैं ये गुरुद्वारा बंगला साहब का लंगर हॉल है, और अब यहाँ पे टोटल ऑटोमेटिक मशीनों से ये खाना बनाया जाता है। ये जो भी लोग यहाँ पे सेवा में हैं ये उन ज़रूरतमंद लोगों के लिए है, ताकि दिल्ली में कोई भी परिवार भूखा ना सोए। हज़ारों लोगों के लिए खाना बनकर पैक भी हो रहा है। जो कोविड पेशेंट हैं, जिनके घर में कोई खाना बनाने वाला नहीं है, देखो लोग, वो सारे के सारों के लिए यहाँ से पैकिंग हो रही है। ये पैकिंग का स्टाफ है। जिनके घर पर कोई खाना पहुँचाने वाला नहीं है उनके लिए ये पैक होकर खाना जा रहा है। ये सारी जो आप देख रहे हैं ये वो किचन है जहाँ पे मोस्ट हाइजीनिक फूड जो है, हाथों की सेवा करने वाली भी हमारी माताएं बहनें आप देखें निरंतर सेवा कर रही हैं। ये सारी ऑटोमेटिक मशीनों में खाना बन रहा है। ये सारी की सारी ये मानवता की सेवा के अंदर हमेशा ही दिल्ली सिख गुरुद्वारा मैनेजमेंट कमेटी डटी रही है और इसी तरह ही ये डटी रहेगी। अभी देखेंगे सारी के सारे ये सारी की सारी मशीनों में इसी तरह से ये सारे ये हमारी चपाती की ऑटोमेटिक मशीन है। इस तरह आटा गूंदने को लेकर भी सारा हाइजीनिक है। इसमें टोटल ऑटोमेटिक मशीन है जिसमें आटा गूंदा जाता है। कोई आपकी जानकारी में भी ऐसा परिवार हो जो आप ये लगे कि उसको खाने की ज़रूरत है, उसके घर तक नहीं पहुंच रहा, कृपया हमारी जानकारी में डालें, हम उन तक भी खाना पहुंचाएंगे। बंगला साहब के लंगर के माध्यम से हमारी कोशिश है, चाहे लाख लोगों को जाए चाहे 2 लाख लोगों को जाए, ये निरंतर सेवा इसी तरह चलती रहेगी। मेरा आपसे आग्रह है, आपकी जानकारी में कोई भी आए, देखिए सारे का सारा इंतज़ाम, ये सारे पैक हो रहे हैं फूड। उन लोगों के लिए पैकिंग है जो कोविड के दौरान जिनके घर पे कोई नहीं है, ये उनके लिए पैक होकर खाना जा रहा है। आप इस वीडियो को शेयर करें और ज़रूरतमंद लोगों तक ये पहुंच पाए। किसी को भी इसकी ज़रूरत हो
वो हमसे संपर्क करे, हमारे नंबरों पर संपर्क करे, तुरंत उनके पास भी 2 वक्त का खाना बनाकर भेजा जाएगा। ਗੂੰਜਾ ਸਿੱਖ ਫਿਰ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਰੋਨਾ ਮਹਾਮਾਰੀ ਲਗਾਤਾਰ ਜਾਰੀ ਹੈ ਤੇ ਇਸ ਦੇ ਆંકੜਿਆਂ ਦੇ ਵਿੱਚ ਮੁੜ ਤੋਂ ਵਾਧਾ ਹੋਣ ਲੱਗ ਗਿਆ, ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੀ ਲੋਕਾਂ ਦੀ ਸਹਾਇਤਾ ਵਾਸਤੇ ਲੰਗਰ ਮੁੜ ਤੋਂ ਸ਼ੁਰੂ ਕਰ ਦਿੱਤਾ ਹੈ। ਗੁਰਦੁਆਰਾ ਬੰਗਲਾ ਸਾਹਿਬ ਤੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਲੋਕਾਂ ਦੇ ਵਾਸਤੇ ਲੰਗਰ ਮੁੜ ਤੋਂ ਸ਼ੁਰੂ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨਾਲ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ ਜਸਮੀਤ ਸਿੰਘ ਨੇ। ਕੋਰੋਨਾ ਕਰਕੇ ਸਥਿਤੀ ਜਿਹੜੀ ਹੈ ਲਗਾਤਾਰ ਬੇਕਾਬੂ ਹੋ ਰਹੀ ਹੈ ਔਰ ਇਸ ਸਭ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੈਲਪਲਾਈਨ ਨੰਬਰ ਜਾਰੀ ਕੀਤੇ ਤਾਂ ਜੋ ਕੋਰੋਨਾ ਦੇ ਪੀੜਿਤ ਪਰਿਵਾਰ ਨੇ ਉਹਨਾਂ ਤੱਕ ਲੰਗਰ ਪਹੁੰਚਾਇਆ ਜਾ ਸਕੇ ਔਰ ਲਗਾਤਾਰ ਜਿਹੜਾ ਹੈ ਵੱਡੀ ਗਿਣਤੀ 'ਚ ਪਰਿਵਾਰ ਸੰਪਰਕ ਕਰ ਰਹੇ ਨੇ। ਹਰਮੀਤ ਸਿੰਘ ਕਾਲਕਾ ਜੀ ਨਾਲ ਨੇ। ਕਾਲਕਾ ਜੀ, ਕੱਲ ਪਹਿਲੇ ਦਿਨ ਤੋਂ ਜਿਹੜੀ ਹੈ ਹੈਲਪਲਾਈਨ ਤੁਸੀਂ ਸ਼ੁਰੂ ਕੀਤੀ ਸੀ, ਕਿੰਨੇ ਕੁ ਪਰਿਵਾਰਾਂ ਤੱਕ ਜਿਹੜੀ ਹੈ ਪਹੁੰਚ ਹੋਈ ਔਰ ਕਿਸ ਤਰ੍ਹਾਂ ਕਾਲਸ ਆ ਰਹੀਆਂ ਨੇ? ਦੇਖੋ, ਤਕਰੀਬਨ ਕੱਲ 700 ਪਰਿਵਾਰਾਂ ਨੇ ਸਾਨੂੰ ਇੱਥੇ ਅਪਰੋਚ ਕੀਤਾ ਔਰ ਉਹਨਾਂ ਤੱਕ ਲੰਗਰ ਪਹੁੰਚਾਉਣ ਦਾ ਕੰਮ ਅਸੀਂ ਕੀਤਾ। ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਜ਼ਿੰਮੇਵਾਰੀ ਹੈ ਇਸ ਵਕਤ ਬਹੁਤ ਪਾਰਟਿਕੂਲਰ ਤਰੀਕੇ ਦੇ ਨਾਲ ਹੈ, ਕਿਉਂਕਿ ਹਰ ਪਰਿਵਾਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਮਹਾਮਾਰੀ ਵੱਧ ਰਹੀ ਹੈ, ਹਰ ਪਰਿਵਾਰ ਪੂਰੇ ਦੇ ਪੂਰੇ ਪਰਿਵਾਰ, ਪਿਛਲੇ ਸਾਲ ਇਹ ਸੀ ਕਿ ਇੱਕ ਪਰਿਵਾਰ ਦੇ ਵਿੱਚ ਅਗਰ ਜਾਂ ਇੱਕ ਮਹੱਲੇ ਦੇ ਵਿੱਚ ਕੋਈ ਕਰੋਨਾ ਪੋਜ਼ਿਟਿਵ ਆਉਂਦਾ ਸੀ ਤੇ ਮਹੱਲਾ ਉਹਦਾ ਸਪੋਰਟ ਕਰ ਦਿੰਦਾ ਸੀ, ਮਗਰ ਅੱਜ ਪਰਿਵਾਰ ਦੇ ਪਰਿਵਾਰ ਦੇ ਵਿੱਚ ਕੋਈ ਬੰਦਾ ਬਾਹਰ ਨਹੀਂ ਜਾ ਪਾ ਰਿਹਾ, ਕੋਈ ਅੰਦਰ ਨਹੀਂ ਜਾ ਪਾ ਰਿਹਾ। ਸੋ ਇਹ ਹੈਲਪਲਾਈਨ ਅਸੀਂ ਇਸ ਕਰਕੇ ਸਰਵਿਸ ਸ਼ੁਰੂ ਕੀਤੀ ਹੈ ਤਾਂ ਕਿ ਲੋਕ ਜਿਹੜੇ ਘਰਾਂ ਦੇ ਵਿੱਚ ਜਿਨ੍ਹਾਂ ਨੂੰ ਖਾਣਾ ਨਹੀਂ ਮਿਲ ਪਾ ਰਿਹਾ, ਕੋਈ ਬਣਾ ਨਹੀਂ ਪਾ ਰਹੇ, ਕਿਉਂਕਿ ਕਮਜ਼ੋਰੀਆਂ ਵੀ ਬਹੁਤ ਆ ਰਹੀਆਂ ਔਰ ਬਾਹਰ ਵੀ ਨਹੀਂ ਨਿਕਲ ਸਕਦੇ ਸਮੱਗਰੀ ਖਰੀਦਣ ਵਾਸਤੇ, ਸੋ ਉਹਨਾਂ ਲਈ ਇਹ ਹੈਲਪਲਾਈਨ ਅਸੀਂ ਸ਼ੁਰੂ ਕੀਤੀ ਹੈ ਔਰ ਗੁਰਦੁਆਰਾ ਸਾਹਿਬ ਤੋਂ ਇੱਥੋਂ ਲੰਗਰ ਬਣ ਕੇ ਜਾ ਰਿਹਾ। ਅਸੀਂ 5 ਆਪਣੇ ਨੰਬਰ ਇੱਥੇ ਹੈਲਪਲਾਈਨ ਵਾਸਤੇ ਦਿੱਤੇ ਸੀ, ਮਗਰ ਅੱਜ ਅਸੀਂ ਫੈਸਲਾ ਲੈ ਰਹੇ ਹਾਂ ਕਿ ਅਸੀਂ 5 ਸਟੇਸ਼ਨਸ ਵੱਖਰੇ ਜਿੱਥੋਂ, ਕਿਉਂਕਿ ਕੱਲ ਸਾਨੂੰ ਇਹ ਬੜੀ ਦਿੱਕਤ ਆਈ ਹੈ ਕਿ ਜਿਹੜਾ ਜਮਨਾ ਪਾਰ ਤੋਂ ਮੰਗ ਰਿਹਾ ਉਹਨੂੰ ਵੀ ਬੰਗਲਾ ਸਾਹਿਬ ਤੋਂ ਜਾ ਰਿਹਾ, ਜਿਹੜਾ ਵੈਸਟ ਦਿੱਲੀ ਤੋਂ। ਸੋ ਸਾਡੇ ਜਿਹੜੇ ਵੋਲੰਟੀਅਰਸ ਨੇ, ਜਿਹੜੇ ਸੇਵਾਦਾਰ ਨੇ, ਜਿਹੜੇ ਘਰਾਂ 'ਚ ਪਹੁੰਚਾ ਰਹੇ, ਉਹਨਾਂ ਨੂੰ ਬੜੀ ਪ੍ਰੋਬਲਮਸ ਆਈ ਹੈ। ਸੋ ਅਸੀਂ ਆਪਣੇ ਸਟੇਸ਼ਨਸ ਅੱਗੇ ਹੋਰ ਵਧਾਉਣ ਲੱਗੇ ਹਾਂ ਤਾਂ ਕਿ ਇਹ ਜਿਹੜੀ ਸੁਵਿਧਾ ਹੈ ਘਰ ਤੱਕ ਪਹੁੰਚ ਜਾਏ। ਕਿੱਥੇ ਜਿਹੜਾ ਹੈ ਹੁਣ ਇਹ ਕਿਚਨ ਸੈਟਅਪ ਹੋਏਗਾ? ਜਿਸ ਤਰੀਕੇ ਪਹਿਲੇ ਲਾਕਡਾਊਨ ਦੇ ਵਿੱਚ 5 ਜ਼ੋਨ ਦੇ ਵਿੱਚ ਕਿਚਨ ਸੈਟਅਪ ਕੀਤੇ ਸੀ, ਕਿਹੜੀ ਲੋਕੇਸ਼ਨ ਤੇ ਕਿਚਨ ਸੈਟਅਪ ਕਰ ਰਹੇ ਹੋ ਹੁਣ ਤੁਸੀਂ? ਅਸੀਂ ਨਾਨਕ ਪਿਓ ਨਾਰਥ ਦਿੱਲੀ ਨੂੰ ਫੀਡ ਕਰਨ ਵਾਸਤੇ, ਸਾਊਥ ਦਿੱਲੀ ਨੂੰ ਫੀਡ ਕਰਨ ਵਾਸਤੇ ਗੁਰਦੁਆਰਾ ਬਾਲਾ ਸਾਹਿਬ ਔਰ ਮੋਤੀ ਬਾਗ ਸਾਹਿਬ ਵੈਸਟ ਦਿੱਲੀ ਨੂੰ ਕਰਨ ਵਾਸਤੇ ਇਹ ਹਲੇ ਸ਼ੁਰੂ ਕਰ ਰਹੇ ਹਾਂ। ਬੰਗਲਾ ਸਾਹਿਬ ਤੇ ਸੈਂਟਰ ਤੋਂ ਹੈ ਹੀ ਹੈ, ਸੋ 4 ਤੇ ਸਾਡੇ ਕੋਲ ਹੈਗੇ ਨੇ। ਉਹਦੇ ਇਲਾਵਾ ਸਾਨੂੰ ਅਗਰ ਉੱਥੋਂ ਲੋੜ ਪਏਗੀ, ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਸਰਕਾਰਾਂ ਲੱਗੀਆਂ ਹੋਈਆਂ ਨੇ ਔਰ ਇਹ ਲਾਕਡਾਊਨ ਸਿਸਟਮ ਰੱਖਿਆ, ਲੋਕਾਂ ਦੇ ਵਿੱਚ ਬੜੀ ਵੱਡੀ ਇਹਦੀ ਰਿਕੁਆਇਰਮੈਂਟ ਆਉਣ ਵਾਲੀ ਹੈ। ਸੋ ਉਹਦੀ ਅਸੀਂ ਪ੍ਰੀਪਰੇਸ਼ਨ ਕਰ ਰਹੇ ਹਾਂ, ਸਾਰੀ ਤਿਆਰੀ ਕਰ ਰਹੇ ਹਾਂ। ਜਿਹੜੇ ਮੈਂਬਰ ਸਾਹਿਬਾਨ ਸਾਡੇ ਆਲਰੇਡੀ ਹੈਗੇ ਸੀ ਜਾਂ ਜੋ ਇਸ ਵਾਰੀ ਸਾਡੀਆਂ ਚੋਣਾਂ ਦੇ ਵਿੱਚ ਲੜੇ ਨੇ, ਜਿਹੜੇ ਉਮੀਦਵਾਰ ਨੇ, ਅਸੀਂ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਹੈ ਕਿ ਤੁਸੀਂ ਜਨ ਪ੍ਰਤੀਨਿਧੀ ਹੋ ਔਰ ਗੁਰੂ ਘਰ ਦੇ ਸੇਵਾਦਾਰ ਹੋ ਤੇ ਤੁਸੀਂ ਸੇਵਾਵਾਂ ਲੈ ਕੇ ਆਪਣੇ ਇਲਾਕਿਆਂ ਦੇ ਵਿੱਚ ਇਹ ਸੰਪਰਕ ਕਰੋ ਕਿ ਕਿਹੜੇ ਘਰ ਦੇ ਵਿੱਚ ਲੋੜ ਹੈ ਤਾਂ ਕਿ ਉਹ ਜਾ ਕੇ ਗੁਰੂ ਘਰ ਦੀਆਂ ਸੇਵਾਵਾਂ ਪਹੁੰਚਾ ਸਕਣ। ਇੱਕ ਚੀਜ਼ ਕਾਲਕਾ ਸਾਹਿਬ ਬੜੀ ਅਹਿਮ ਹੈ, ਇਸ ਵੇਲੇ ਕਰੋਨਾ ਵਾਇਰਸ ਦਾ ਪ੍ਰਭਾਵ ਬੜਾ ਹੈ। ਜੋ ਪਿਛਲੇ ਲਾਕਡਾਊਨ ਤੋਂ ਬਾਅਦ ਤੁਸੀਂ ਕਿਚਨ ਸੈਟਅਪ ਕੀਤਾ, ਫੁੱਲੀ ਆਟੋਮੈਟਿਕ ਹੈ ਔਰ ਤੁਹਾਡੇ ਜਿਹੜੇ ਸੇਵਾਦਾਰ ਜਾ ਰਹੇ ਨੇ ਬਕਾਇਦਾ ਉਹ ਵੀ ਸੇਫਟੀ ਕਿਟਸ ਲੈ ਕੇ ਜਾ ਰਹੇ ਨੇ। ਦੇਖੋ, ਇਹ ਤੇ ਅਸੀਂ ਪਿਛਲੀ ਵਾਰ ਜਿਸ ਵਕਤ ਲਾਕਡਾਊਨ ਲੱਗਿਆ ਸੀ ਔਰ ਦੇਖਿਆ ਜਿਸ ਤਰੀਕੇ ਦੇ ਨਾਲ ਲੰਗਰ ਬੰਦਾ ਸੀ, ਉਸੇ ਦਿਨ ਫੈਸਲਾ ਲਿਆ ਸੀ ਔਰ ਜਿਹੜੀ ਅੱਜ ਆਟੋਮੈਟਿਕ ਕਿਚਨਸ ਦੇ ਰਾਹੀਂ ਔਰ ਹਾਈਜੀਨਿਕ ਫੂਡ ਹੈ ਤਾਂ ਕਿ ਬਿਮਾਰ ਬੰਦਿਆਂ ਨੂੰ ਇੱਕ ਚੰਗਾ ਖਾਣਾ ਪਹੁੰਚ ਸਕੇ, ਪਹੁੰਚਾਉਣ ਦੀ ਜ਼ਿੰਮੇਵਾਰੀ ਅਸੀਂ ਲਈ ਹੈ। ਔਰ ਮੈਨੂੰ ਲੱਗਦਾ ਕਿ ਜਿੱਥੇ ਬਣਾਉਣ ਵਾਸਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਸਿਰਫ ਪਹੁੰਚਾਉਣ ਤੱਕ ਦੀ ਪ੍ਰੋਬਲਮ ਇਸ ਕਰਕੇ ਆ ਰਹੀ ਹੈ ਕਿਉਂਕਿ ਡੋਰ ਟੂ ਡੋਰ ਸਾਡਾ ਕੰਮ ਕੋਈ ਕੋਰੀਅਰਸ ਦਾ ਨਹੀਂ ਹੈ, ਮਗਰ ਸਾਡੀ ਜ਼ਿੰਮੇਵਾਰੀ ਇਸ ਵਕਤ ਇਹ ਬਣ ਚੁੱਕੀ ਕਿ ਅਸੀਂ ਘਰ ਤੱਕ ਪਹੁੰਚਾਈਏ। ਸੋ ਅਸੀਂ ਉਹ ਜ਼ਿੰਮੇਵਾਰੀ ਬਖੂਬੀ ਨਿਭਾਵਾਂਗੇ ਔਰ ਮੈਨੂੰ ਉਮੀਦ ਹੈ ਕਿ ਦਿੱਲੀ ਦੀ ਸੰਗਤ ਵੀ ਸਾਡੇ ਸਹਿਯੋਗੀ ਬਣ ਕੇ ਸਾਡੇ ਨਾਲ ਸੜਕਾਂ ਤੇ ਨਾਲ ਕੰਮ ਕਰੇਗੀ। ਲੰਗਰ ਤੋਂ ਇਲਾਵਾ ਜੇਕਰ ਗੱਲ ਕਰੀਏ, ਕੱਲ ਦੇਰ ਰਾਤ ਤੱਕ ਤੁਹਾਡੀ ਟੀਮ ਜਿਹੜੀ ਆ ਵੱਖ-ਵੱਖ ਥਾਵਾਂ ਤੇ ਵਿਜ਼ਿਟ ਕਰਦੀ ਰਹੀ ਹੈ। ਕਿਸ ਤਰ੍ਹਾਂ ਦੀ ਸਥਿਤੀ ਤੁਹਾਡੇ ਸਾਹਮਣੇ ਆਈ ਹੈ? ਹਕੀਕਤ ਕੀ ਹੈ ਇਸ ਵੇਲੇ ਦਿੱਲੀ ਦੀ ਔਰ ਕੀ ਕੁਝ ਉਸ ਲੈਵਲ ਤੇ ਤੁਸੀਂ ਕਰ ਰਹੇ ਹੋ? ਦੇਖੋ, ਤਕਰੀਬਨ ਮੈਂ ਸਮਝਦਾ ਕਿ ਅੱਜ ਸਵੇਰ ਤੋਂ ਵੀ ਲਾ ਲਈਏ ਤੇ 30-35 ਫੋਨ ਆ ਚੁੱਕੇ ਨੇ। ਬੈੱਡਸ ਦੀ ਲੋੜ ਹੈ, ਆਕਸੀਜਨ ਸਿਲੰਡਰਸ ਦੀ ਲੋੜ ਹੈ। ਸੋ ਰਾਤ ਜਦ ਅਸੀਂ ਇਸ ਦੇ ਬਾਰੇ ਡਿਸਕਸ ਕਰ ਰਹੇ ਸੀ ਆਪਸ ਵਿੱਚ ਕਿ ਵੱਖ-ਵੱਖ ਇਲਾਕਿਆਂ ਤੋਂ ਫੋਨ ਆ ਰਹੇ ਆ ਤੇ ਸ਼ਾਮੀ ਅਸੀਂ ਇਹਦਾ ਫੈਸਲਾ ਲਿਆ ਆਪਸ ਵਿੱਚ ਕਿ ਬਜਾ ਕੇ ਅਸੀਂ ਹਸਪੀਟਲ ਦੇ ਵਿੱਚ ਗੱਲ ਕਰੀਏ ਔਰ ਦੇਰ ਰਾਤ ਤੱਕ ਅਸੀਂ ਉੱਥੇ ਤਕਰੀਬਨ 12 ਵਜੇ ਤੱਕ ਹਰ ਹਸਪੀਟਲਾਂ 'ਚ ਘੁੰਮਦੇ ਰਹੇ ਹਾਂ ਜਿੱਥੇ ਸਾਨੂੰ ਬੈੱਡਸ ਦੀ ਮਿਲ ਔਰ ਜਿਹੜੀ ਸਾਨੂੰ ਕਿਹਾ ਗਿਆ ਸੀ ਕਿ 1000 ਬੈੱਡ ਜਿਹੜਾ ਉੱਥੇ ਲਗਾਇਆ ਗਿਆ DRDO ਦਾ ਸਰਦਾਰ ਵੱਲਭ ਭਾਈ ਪਟੇਲ ਹਸਪੀਟਲ ਜਿਹੜਾ ਬਣਾਇਆ ਉਹ ਪਿਛਲੇ ਸਾਲ ਸੀ
ਮਗਰ ਡਿਸਮੈਂਟਲ ਕਰਤਾ ਗਿਆ ਸੀ। ਮਗਰ ਅੱਜ ਉਹਨਾਂ ਨੇ ਸ਼ੁਰੂ ਕੀਤਾ 250 ਬੈੱਡਸ ਉੱਥੇ ਲੱਗ ਗਏ ਨੇ, 250 ਉਹਨਾਂ ਨੇ ਕੱਲ ਤੋਂ ਸ਼ੁਰੂ ਕਰਨੇ ਨੇ। ਸੋ ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਕੰਮ ਕਰ ਰਹੇ ਨੇ ਜਲਦੀ ਲੋਕਾਂ ਨੂੰ ਰਾਹਤ ਮਿਲੇਗੀ, ਕਿਉਂਕਿ ਲੋਕ ਅੱਜ 2-2 3-3 ਦਿਨ ਤੋਂ ਸਟ੍ਰੈਚਰਸ ਦੇ ਉੱਤੇ ਲੇਟੇ ਹੋਏ ਨੇ ਹਸਪੀਟਲ ਦੇ ਵਿੱਚ। ਕਈ ਲੋਕ ਐਂਬੂਲੈਂਸਸ ਦੇ ਵਿੱਚ ਕਈਆਂ ਨੇ ਦਮ ਤੋੜਤਾ। ਇਹੋ ਜਿਹੇ ਕਈ ਕੇਸਿਸ ਸਾਹਮਣੇ ਆਏ ਨੇ ਜਿਹੜੇ ਬੜੇ ਦੁਖਦਾਈ ਨੇ, ਔਰ ਉਸ ਦੁਖਾਂਤ ਨੂੰ ਦੇਖਦੇ ਹੋਏ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋ ਰਾਤ ਤੱਕ ਮੈਂ ਸਰਦਾਰ ਮਨਜਿੰਦਰ ਸਿੰਘ ਸਿਰਸਾ, ਸਰਦਾਰ ਜਗਦੀਪ ਸਿੰਘ ਕਾਲੋਂ ਹਸਪੀਟਲਾਂ ਦੇ ਵਿੱਚ ਘੁੰਮਦੇ ਰਹੇ ਹਾਂ ਤਾਂ ਕਿ ਸਾਨੂੰ ਕੋਈ ਬੈੱਡਸ ਮਿਲ ਜਾਣ। ਅਸੀਂ ਆਪਣੀ ਪ੍ਰਭਾਵ ਦੇ ਨਾਲ ਕਿਸੇ ਲੋਕਾਂ ਨੂੰ ਅਗਰ ਬੈੱਡ ਦਵਾ ਸਕੀਏ ਤਾਂ ਅਸੀਂ ਆਪਣਾ ਸੁਭਾਗਿਆ ਸਮਝਦੇ। ਅਗਲੇ ਕਦਮ ਕੀ ਰਹਿਣ ਵਾਲੇ ਨੇ ਹੁਣ? ਦੇਖੋ ਜੇ ਇਹ ਤਾਂ ਰੋਜ਼ ਦੇ ਰੋਜ਼ ਨਵਾਂ ਚੈਲੰਜ ਹੈਗਾ। ਅਸੀਂ ਬਿਲਕੁਲ ਆਪਣੀ ਵੱਲੋਂ ਪੂਰੀ ਜ਼ਿੰਮੇਵਾਰੀ ਨਾਲ ਆਪਣੀ ਪੂਰੀ ਟੀਮ ਸਾਡੀ ਦੀ ਜ਼ਿੰਮੇਵਾਰੀ ਲਾਈ ਹੈ ਕਿ ਜਿਹੜੇ ਵੀ ਚੈਲੰਜਸ ਆਉਣਗੇ ਆਪਣੀ ਸੇਵਾ ਵਾਸਤੇ ਅਸੀਂ ਲੋਕਾਂ ਦੀ ਹੱਥ ਬਣਾਈਏ, ਕਿਉਂਕਿ ਇਹੋ ਜਿਹੇ ਔਖੇ ਸਮੇਂ ਦੇ ਵਿੱਚ ਜਿੱਥੇ ਸਾਡੇ ਭਰਾ ਸਾਡੇ ਤੇ ਨਜ਼ਰਾਂ ਰੱਖਦੇ ਨੇ, ਬਾਕੀ ਕਮਿਊਨਿਟੀਜ਼ ਵੀ ਇਸ ਚੀਜ਼ ਦੀ ਉਮੀਦ ਰੱਖਦੀਆਂ ਹੈ ਕਿ ਜਿਹੜਾ ਸਿੱਖ ਸਮਾਜ ਹੈ ਹਮੇਸ਼ਾ ਮਾਨਵਤਾ ਦੀ ਸੇਵਾ ਕਰਦਾ ਹੈ। ਸੋ ਸਾਡੇ ਉੱਤੇ ਬੜੀ ਵੱਡੀ ਇਸ ਵਕਤ ਜ਼ਿੰਮੇਵਾਰੀ ਹੈ, ਅਸੀਂ ਆਪਣੇ ਵੱਲੋਂ ਪੂਰੀ ਇਹਨੂੰ ਬਖੂਬੀ ਨਿਭਾਵਾਂਗੇ। ਬਹੁਤ ਬਹੁਤ ਧੰਨਵਾਦ ਸਰ। ਸੋ ਹਰਮੀਤ ਸਿੰਘ ਕਾਲਕਾ ਜੀ ਖਾਸ ਤੌਰ ਤੇ ਪਹੁੰਚੇ। ਇੱਕ ਵਾਰ ਤੁਹਾਨੂੰ ਦਿਖਾ ਦਈਏ ਕਿ ਬਕਾਇਦਾ ਜਿਹੜਾ ਹੈ ਉਹ ਪੂਰੇ ਇਹਤਿਆਤ ਰੱਖ ਕੇ ਜਿਹੜਾ ਹੈ तमाम ਖਾਣਾ ਜੋ ਲੰਗਰ ਜੋ ਹੈ ਉਹ ਪੈਕ ਕੀਤਾ ਜਾ ਰਿਹਾ ਹੈ। ਡਿਸਪੋਜ਼ਲ ਜੋ ਡੱਬੇ ਨੇ ਉਹਨਾਂ ਦੇ ਵਿੱਚ ਸਬਜ਼ੀ ਜਿਹੜੀ ਹੈ ਪੈਕ ਕੀਤੀ ਜਾ ਰਹੀ ਹੈ, ਔਰ ਬਕਾਇਦਾ ਜਿਹੜੇ ਡਿਸਪੋਜ਼ਲ ਜੋ ਕੰਟੇਨਰਸ ਨੇ ਉਹਨਾਂ ਦੇ ਵਿੱਚ ਪ੍ਰਸ਼ਾਦੇ ਔਰ ਚਾਵਲ ਜਿਹੜੀਆਂ ਚੀਜ਼ਾਂ ਨੇ ਉਹ ਪੈਕ ਕੀਤੀਆਂ ਜਾ ਰਹੀਆਂ ਨੇ। ਇੱਕ ਵਾਰ ਜਿਹੜਾ ਹੈ ਤੁਹਾਨੂੰ ਲੰਗਰ ਹਾਲ ਦੀ ਵੀ ਤਸਵੀਰ ਦਿਖਾ ਦਈਏ ਕਿ ਲੰਗਰ ਹਾਲ ਦੇ ਵਿੱਚ ਵੀ ਜਿਹੜਾ ਵੱਡਾ ਬਦਲਾਅ ਆਇਆ ਉਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਕਰੋਨਾ ਕਾਲ ਦੇ ਵਿੱਚ ਜੋ ਹੈ ਉਹ ਲੰਗਰ ਸੇਵਾ ਜਿਸ ਤਰੀਕੇ ਜਾਰੀ ਹੈ, ਪਰ ਲੰਗਰ ਹਾਲ ਦੀ ਜੋ ਸਥਿਤੀ ਹੈ ਉਹ ਵੀ ਬਦਲ ਗਈ ਹੈ। ਬਿਲਕੁਲ ਹਾਈਜੀਨਿਕ ਮਸ਼ੀਨਾਂ ਜਿਹੜੀਆਂ ਇੱਥੇ ਇਸ ਵੇਲੇ ਲੱਗੀਆਂ ਹੋਈਆਂ ਨੇ, ਔਰ ਲਗਾਤਾਰ ਦਿੱਲੀ ਕਮੇਟੀ ਦੇ ਜੋ ਸੇਵਾਦਾਰ ਨੇ ਔਰ ਸੰਗਤ ਹੈ ਇੱਥੇ ਲਗਾਤਾਰ ਪ੍ਰਸ਼ਾਦੇ ਬਣਾਉਣ ਦਾ ਜਿਹੜਾ ਕੰਮ ਉਹ ਲਗਾਤਾਰ ਚੱਲ ਰਿਹਾ ਹੈ। ਔਰ ਦੂਸਰੇ ਪਾਸੇ ਜੋ ਬਿਲਕੁਲ ਹਾਈਜੀਨਿਕ ਜਿਹੜੀਆਂ ਨੇ ਉਹ ਬਿਲਕੁਲ ਆਟੋਮੈਟਿਕ ਜਿਹੜੀਆਂ ਮਸ਼ੀਨਾਂ ਨੇ ਉਹ ਲਗਾਈਆਂ ਗਈਆਂ ਨੇ। ਇਹਨਾਂ ਮਸ਼ੀਨਾਂ ਦੇ ਵਿੱਚ ਜਿਹੜਾ तमाम ਲੰਗਰ ਤਿਆਰ ਕਰਕੇ ਉਹ ਜ਼ਰੂਰਤਮੰਦ ਪਰਿਵਾਰਾਂ ਤੱਕ ਜਿਹੜਾ ਭੇਜਿਆ ਜਾ ਰਿਹਾ। ਔਰ ਬਿਲਕੁਲ ਜਿਸ ਤਰੀਕੇ ਇਸ ਵੇਲੇ ਕਰੋਨਾ ਚੱਲ ਰਿਹਾ ਔਰ तमाम ਇਹਤਿਆਤ ਜਿਹੜੇ ਨੇ ਵਰਤੇ ਜਾ ਰਹੇ ਨੇ, ਬਕਾਇਦਾ ਇਹਨਾਂ ਕੰਟੇਨਰਸ ਨੂੰ ਨਾ ਹਾਈਟੈਕ ਕੁੱਕਰਾਂ ਨੂੰ ਜਿਹੜਾ ਹੈ ਉਹ ਸੈਨੀਟਾਈਜ਼ ਕੀਤਾ ਜਾ ਰਿਹਾ, ਔਰ ਜਿਹੜਾ ਹੈ ਚੰਗੀ ਤਰ੍ਹਾਂ ਪ੍ਰੀਕਾਸ਼ਨਸ ਲੈ ਕੇ ਜਿਹੜਾ तमाम ਲੰਗਰ ਇਸ ਵੇਲੇ ਤਿਆਰ ਕੀਤਾ ਜਾ ਰਿਹਾ। ਬਕਾਇਦਾ ਜੋ ਸੇਵਾਦਾਰ ਨੇ ਉਹਨਾਂ ਨੇ ਮਾਸਕ ਲਗਾਏ ਹੋਏ ਨੇ ਔਰ ਹਰ ਇੱਕ ਤਰ੍ਹਾਂ ਦਾ ਇਹਤਿਆਤ ਰੱਖ ਕੇ ਜਿਹੜਾ ਹੈ ਇਹ तमाम ਲੰਗਰ ਤਿਆਰ ਹੋ ਰਿਹਾ। ਔਰ ਕਰੀਬ 700 ਤੋਂ 800 ਪਰਿਵਾਰਾਂ ਤੱਕ ਕੱਲ੍ਹ ਜਿਹੜਾ ਲੰਗਰ ਪਹੁੰਚਾਇਆ ਗਿਆ, ਔਰ ਅੱਜ ਜਿਸ ਤਰੀਕੇ ਹੈਲਪਲਾਈਨ ਨੰਬਰਾਂ ਤੇ ਕਾਲ ਆ ਰਹੀ ਹੈ, ਜਿਸ ਤਰ੍ਹਾਂ ਕਾਲਸ ਦੇ ਵਿੱਚ ਵਾਧਾ ਹੋ ਰਿਹਾ, ਇਸ ਤੋਂ ਬਾਅਦ 5 ਕਮਿਊਨਿਟੀ ਕਿਚਨ ਜਿਹੜੇ ਨੇ ਉਹ ਸੈਟਅਪ ਹੋਣ ਜਾ ਰਹੇ ਨੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ, ਤਾਂ ਜੋ ਜਲਦੀ ਤੋਂ ਜਲਦੀ ਲੰਗਰ ਉਹਨਾਂ ਪਰਿਵਾਰਾਂ ਤੱਕ ਉਸੇ ਇਲਾਕੇ ਦੇ ਵਿੱਚੋਂ ਭੇਜਿਆ ਜਾ ਸਕੇ। ਕੈਮਰਾ ਪਰਸਨ ਜਗਦੀਸ਼ ਦੇ ਨਾਲ ਜਸਮੀਤ ਸਿੰਘ, PTC ਨਿਊਜ਼, ਦਿੱਲੀ। ਗੁੰਜਾ ਸੈਕਫਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡੇ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।